ज्योति ज्योत गुरु ਅੱਜ ਇਹ ਕਿਹੜੀ ਜੰਤਰੀ ਵਾਹਿਗੁਰੂ ਜੀਤਾ ਜੀਓ ਪਿੰਡ ਸਬਤੀਰ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਏ ਹੀ ਤਿਹਾ ਹੋ ਕਰੀ ਬਖਿਆਨ। ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਦੀ ਤਰਿਆ ਰੇ। ਗੁਰੂ ਨਾਨਕ ਜਿਨ ਸੁਨਿਆ ਪੇਖਿਆ ਸੇ ਫਿਰ ਗੁਰਬਾਸ ਨ ਭਰਿਆ ਰੇ। ਮੂਕ ਉਚੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੂ ਸੁਨੈ ਜੋ ਕਾਲ ਕਿਰਪਾ ਕਰਾਏ। ਗਰੀਬ ਨਿਵਾਸ ਸਤਿਗੁਰੂ ਚਵਰ ਛਤਰ ਦੀ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ 'ਚ ਸੱਜ ਬੈਠੀ ਅਤੀ ਸਤਿਕਾਰਯੋਗ ਸਾਧ ਸੰਗਤ ਜੀ, ਗੁਰੂ ਪਾਤਸ਼ਾਹ ਦੀ ਭਾਰ ਬਖਸ਼ ਸਦਕਾ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬਾਨ ਇਸ ਪਾਵਨ ਸਥਾਨ ਅੰਦਰ ਆਪ ਜੁੜ ਕੇ ਰੱਬੀ ਬਾਣੀ ਦਾ ਸ਼ਬਦ ਕੀਰਤਨ ਸਰਵਣ ਕਰ ਰਹੇ ਸੀ। ਔਰ ਮਨੁੱਖ ਜਨਮ ਦੇ ਇਸ ਸੁਭਾਗੀ ਸਮੇਂ ਨੂੰ ਸਫਲ ਬਣਾਇਆ ਹੈ। ਸਵਾਉ ਕੁਛ ਸਮਾਂ ਗੁਰੂ ਪਾਤਸ਼ਾਹ ਵੱਲੋਂ ਬਖਸ਼ੀ ਤੁਸ ਬੁੱਧੀ ਅਨੁਸਾਰ ਸੋ ਜਿਵੇਂ ਮਾਲਕ ਸਮਤ ਬਖਸ਼ਣਗੇ ਆਪਾਂ ਵਿਚਾਰ ਸਾਂਝੀ ਕਰਨ ਦਾ ਯਤਨ ਕਰੀਏ। ਸਾਰੇ ਪਿਆਰ ਸਹਿਤ ਗੁਰੂ ਵੱਲੋਂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਆਪ ਜੀ ਸਰਵਣ ਕਰ ਰਹੇ ਸੀ ਚੋਜੀ ਮੇਰੇ ਪਿਆਰਿਆ ਚੋਜੀ ਮੇਰੇ ਗੋਬਿੰਦਾ ਹਰਫ ਮੇਰਾ ਚੋਜੀ ਜੀਓ। ਸੋ ਉਸ ਪਰਮਾਤਮਾ ਨੂੰ ਗੁਰੂ ਪਾਤਸ਼ਾਹ ਜੀ ਨੂੰ ਚੋਜੀ ਪ੍ਰੀਤਮ ਦਾ ਨਾਮ ਦੇ ਕੇ ਮਾਣ ਨਾਲ ਸਤਿਕਾਰ ਨਾਲ ਬੁਲਾਇਆ ਗਿਆ ਹੈ। ਔਰ ਜਿਸ ਮਾਲਕ ਦੇ
कौतक अजीब हन अचरज हन, अचरज किस कहण न जाए। तो जिहड़ी साडी मत बुद्ध सोच तो परे दी कोई गल होवे आपां उहनूं कहने कि अचरज है, अजीब है, वंडर है। सो गरीब नवाज जी ने जिस तरह 10 स्वरूप धारण करके जो चोज कीते हैं उन्होंने आम सधारण बुद्धि समझ लेना बड़ा औखा है। तो जदों जिहड़ी साडे दायरे तो दूर की गल है तो कई बार इंसान उहदे तो जो मूँह मोड़ लैंदा है, तर्क करता है कि ऐसा किवें हो सकता है। तो जिस प्रकार सच ते तुरन वाले, सच कहण वाले, सच नूं कमाउण वाले गुरु नानक पातशाह जी जिन्हां दा आपां 550 साला भी मना रहे हैं, तो यही कारण सी कि उन्हां दा सच दा विरोध होया। ते विरोध भी उन्हां लोकां कीता जिहड़ा थोड़ा बहुत तुरे होए सी, माड़ी मुट्ठी जाणदे सी, सधारण ने नहीं, अनजाना ने नहीं, वो तां अज्ञानता विच सन। तो गुरु पातशाह जी का उस विरोध करने वालियां विच जिवें नासा की बात बख्शिश की है, गऊ ब्राह्मण कौ करलावो गोबर तरन न जाए, धोती टिक्का तै जप माली धान मलिशा खाई, सोडी ले पाखंडा नाम लिया जाहे तरिंदा, मानस खाणी करहि निवाज, श्री वगायन तिन गल ताग, तिन कर ब्राह्मण पूरे नाद, उन्ना पियावे ओई साध, कूड़ी रास कूड़ा व्यापार, कूड़ बोल करे आहार, शर्म धर्म का डेरा दूर, नानक कूड़ रहया भरपूर। हुण जिहड़े इंसानां दे सामने कोई नहीं बोलदा, वो अंदर कुछ होर करते हैं, बाहरों क्रियाक्रम होर है। तो गुरु पातशाह सुभावक सी कि उहदी अंदर की गल नूं जाण के पातशाह ने उपदेश दिता है, मानस खाने करे निवाज। तो औखे होणगे ही। तो असल च विचार तो यह सी कि वह इंसान मालक की गल नूं जाणदिआं, पर वो जाणदिआं होइआं भी कर रहे सी, जाण बुझ के कर रहे सन। तो मालक का विरोध हुंदा है, पर उस विरोध नाल वो जिहड़ा पावन रस्ता नहीं रुकिया है, तुरिया रहा। उहदे च जानकार ब्राह्मण भी दुखी हुंदा है भी साडी गल सामने प्रगट कर दी। जां नमाज पढ़न वा नमाजी वो नमाजां अदा करता है, पर मनुखां दा खून पी रहा है। तो महाराज जी कहते ये पखंड छड्ड दिता जाए, तो तुसी नाम जपो, तुहाडा कर्म है श्रेष्ठ रस्ते तोरना, उन्हां नूं राह दिखाउणा। और जिथे भी गए गरीब नवाज सच का मार्ग तोरन लई किते कोई ऐसे शब्द भी गुरु लई वरत रहा है, कोई आखे भूतना, कोई कहे बिताला, कोई आखे आदमी नानक विचार,
ਭਇਆ ਦੀਵਾਨਾ ਸਾਹ ਕਾ ਨਾਨਕ ਬੋਰਾਨਾ, ਹੋ ਹਰ ਬਿਨ ਅਵਰ ਨਾ ਜਾਨਾ। ਤੋ ਮਹਾਰਾਜ ਜੀ ਕਹਿੰਦੇ ਨਕੰਮਿਓ, ਅਸਲ ਤੁਸੀਂ ਮੈਨੂੰ ਇਹ ਸ਼ਬਦ ਬੋਲ ਰਹੇ ਜੇ, ਮੈਂ ਤਾਂ ਉਸ ਪਰਮੇਸ਼ਰ ਦਾ ਨਾਮ 'ਚ ਦੀਵਾਨਾ ਹਾਂ, ਉਹਦਾ ਮਸਤਾਨਾ ਹਾਂ। ਤੇ ਉਹਦੇ ਲਈ ਮੇਰੇ ਮਾਲਕ ਕ੍ਰੋਧ 'ਚ ਨਹੀਂ ਆਏ, ਗੁੱਸੇ 'ਚ ਨਹੀਂ ਆਏ। ਕਹਿਣ ਨਾਲ ਜਦੋਂ ਕੋਈ ਐਸਾ ਕਰਮ ਘਟਨਾ ਵਾਪਰਦਾ ਹੈ ਤੇ ਨਾਲ ਦੋ ਗੁਰਸਿੱਖ ਸਨ, ਭਾਈ ਬਾਲਾ ਜੀ, ਭਾਈ ਮਰਦਾਨਾ ਜੀ। ਤੇ ਭਾਈ ਮਰਦਾਨਾ ਜੀ ਉਹ ਬੰਦੇ ਦੇ ਨਾਲ ਆਉਂਦੇ ਹਨ, ਉਹ ਜਾਂ ਉਹਨਾਂ ਨੂੰ ਮਾੜਾ ਭਲਾ ਬੋਲਦੇ ਹਨ ਜੀ। ਵੇਖੋ ਇਹ ਆਪ ਤਾਂ ਐਸੇ ਹੀ ਸਨ, ਇਹਨਾਂ ਆਪਣੇ ਦਾ ਇੱਕ ਸੂਦਰ ਨੂੰ ਡੂਮ ਨੂੰ ਲਿਆ ਹੋਇਆ। ਤੇ ਭਾਈ ਮਰਦਾਨਾ ਐਸੇ ਕੌਤਕ ਕਰਦੇ ਹਨ। ਉਹਨਾਂ ਬਿਮਾਰ ਬੰਦਿਆਂ ਨੂੰ ਗੁਰੂ ਕੋਲ ਲੈ ਆਉਂਦੇ ਹਨ ਵੀ ਇਹ ਬੰਦੇ ਬਿਮਾਰ ਹੈ, ਮਾਨਸਿਕ ਰੋਗੀ ਹਨ, ਇਹਨਾਂ ਨੂੰ ਇਲਾਜ ਦੀ ਲੋੜ ਹੈ। ਤਾਂ ਤੁਸੀਂ ਜਿਹੜਾ ਕੋਈ ਮੈਂਟਲੀ ਜਾਂ ਇਸ ਤਰ੍ਹਾਂ ਦੇ ਹਸਪਤਾਲ ਹਨ, ਉੱਥੇ ਡਾਕਟਰ ਜਾਂਦਾ ਹੈ। ਉਹ ਡਾਕਟਰ ਨੂੰ ਜਿਹੜੇ ਰੋਗੀ ਹੈ ਬੜਾ ਕੁਝ ਬੋਲਦੇ ਹਨ, ਵੱਧ ਘੱਟ ਮਾੜਾ ਚੰਗਾ, ਪਰ ਡਾਕਟਰ ਉਸ ਦਾ ਗੁੱਸਾ ਨਹੀਂ ਮਨਾਉਂਦਾ ਵੀ ਇਹਨਾਂ ਦੇ ਵੱਸ ਦੀ ਗੱਲ ਨਹੀਂ ਹੈ। ਤੇ ਮਰਦਾਨਾ ਕਿਤੇ ਕਿਤੇ ਗੁੱਸੇ 'ਚ ਆਉਂਦੇ, ਮਹਾਰਾਜ ਵੀ ਕੀ ਬੋਲਦੇ ਹਨ। ਕਹਿੰਦੇ ਮਰਦਾਨਿਆ, ਇਹ ਮਾਨਸਿਕ ਰੋਗੀ ਹਨ ਲੋਕ, ਇਹਨਾਂ ਦੇ ਅੰਦਰ ਇੱਕ ਜੈਲਸੀ ਹੈ, ਕੰਪਲੈਕਸ ਹੈ, ਈਰਖਾ ਹੈ। ਤੋ ਕਹਿੰਦੇ ਕਿ ਇਹਨਾਂ ਦੇ ਇਲਾਜ ਦੀ ਲੋੜ ਹੈ। ਇਹ ਭਟਕ ਚੁੱਕੇ ਹਨ ਰਸਤੇ ਤੋਂ, ਇਹਨਾਂ ਨੂੰ ਰਸਤਾ ਦਿਖਾਉਣ ਦੀ ਲੋੜ ਹੈ। ਤੇ ਜਦੋਂ ਇਹ ਸਹੀ ਰਸਤੇ ਆ ਜਾਣਗੇ ਨਾ, ਫਿਰ ਕਹਿੰਦੇ ਇਹ ਵੀ ਸਹੀ ਬੋਲਣਗੇ। ਹੁਣ ਜਿੰਨਾ ਚਿਰ ਸਮਝ ਨਾ ਆਵੇ ਗੁਰੂ ਦੀ, ਕਿਉਂਕਿ ਭੱਟ ਸਾਹਿਬਾਨ ਬਾਣੀ 'ਚ ਕਹਿੰਦੇ ਹਨ, ਉਹ ਕਹਿੰਦੇ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਗੁਰ ਕਰ ਸ਼ਬਦ ਸਪੁੰਨ, ਅਗਨ ਕਟਿਹ ਸਭ ਤੇਰੇ। ਗੁਰ ਨੈਣ ਬੈਣ, ਗੁਰ ਗੁਰ ਕਰਹੁ ਗੁਰੂ, ਸਤ ਕਵ ਨਲ ਕਹਿ। ਜਿਨ ਗੁਰੂ ਨਾ ਦੇਖਿਓ ਨਹੁ ਕੀਓ, ਤੇ ਅਕਿਆਥ ਸੰਸਾਰ ਮੈਂ। ਹੁਣ ਗੁਰੂ ਸ਼ਬਦ ਜਿਹੜਾ ਹੈ ਸਾਧ ਸੰਗਤ, ਤੇ ਗੁਰੂ ਕੋਈ ਐਸਾ ਨਹੀਂ ਹੈ ਵੀ ਉਹ ਕੋਈ ਇਸ ਤਰ੍ਹਾਂ ਦਾ ਮੰਤਰ ਮਾਰ ਕੇ ਜਾਂ ਜਿਵੇਂ ਸਪੀਰੀ ਕਰਦੇ ਹਨ। ਗੁਰੂ ਗਿਆਨ ਦਿੰਦਾ ਹੈ, ਬਖਸ਼ਿਸ਼ ਕਰਦਾ ਹੈ, ਉਸ ਨੂੰ ਸ੍ਰੇਸ਼ਟ ਰਸਤਾ ਬਖਸ਼ਦਾ ਹੈ। ਦੋ ਅੱਖਰਾਂ ਦਾ ਸੁਮੇਲ ਹੈ ਗੁਰ। ਕਵੀ ਸੰਤੋਖ ਸਿੰਘ ਨੇ ਇਹਦੇ ਅਰਥ ਕੀਤੇ ਹਨ। ਉਹ ਕਹਿੰਦੇ ਗੋ ਅਗਿਆਨ ਕਹੀਏ ਅਨਿਤ, ਰੂਪ ਪ੍ਰਕਾਸ਼ ਕੀਓ ਜਨ ਚਿੱਤ। ਇਹਦਾ ਅਰਥ ਕੀਤਾ ਗੋ ਰੂ। ਗੋ ਅਗਿਆਨ ਕਹੀਏ ਅਨਿਤ, ਗੋ ਕਹਿੰਦੇ ਅੰਧੇਰੇ ਨੂੰ। ਕਹਿੰਦੇ ਗੋ ਅੰਧੇਰਾ ਕਾਹਦਾ, ਅਗਿਆਨ ਦਾ। ਪਰ ਕਹਿੰਦੇ ਅੰਧੇਰਾ ਕੋਈ ਸਦੀਵੀ ਨਹੀਂ ਹੈ ਵੀ ਸਦਾ ਹੀ ਅੰਧੇਰਾ ਰਹੇਗਾ। ਅੰਧੇਰਾ ਤਾਂ ਵੀ ਟੈਂਪਰੇਰੀ ਹੈ। ਤੇ ਜਿਹੜਾ ਅਗਿਆਨ ਹੈ, ਜਦੋਂ ਗੁਰੂ ਉਹ ਸਾਨੂੰ ਰੂਹ ਪ੍ਰਕਾਸ਼ ਕੀਓ ਜਿੰਤ ਚਿੱਤ, ਜਿਹੜਾ ਗੁਰੂ ਉਹ ਹੈ ਜਿਹੜਾ ਸਾਨੂੰ ਗਿਆਨ ਦਾ ਚਾਨਣ ਦੇ ਕੇ ਤੇ ਸਾਨੂੰ ਗਿਆਨ ਦਾ ਚਾਨਣ ਦੇ ਕੇ ਅਗਿਆਨ ਦਾ ਅੰਧੇਰਾ ਮੇਟ ਦੇਵੇ। ਪ੍ਰਕਾਸ਼ ਚਿੱਤ, ਸਾਡੇ ਚਿੱਤ 'ਚ ਪ੍ਰਕਾਸ਼ ਕਰ ਦੇਵੇ। ਰੂਹ ਪ੍ਰਕਾਸ਼ ਕੀਓ ਜਿਨ ਚਿੱਤ, ਉਹਨੂੰ ਕਿਹਾ ਹੈ ਗੁਰੂ। ਦੋ ਸ਼ਬਦ ਨਿੱਕਾ ਜਿਹਾ ਹੈ, ਪਰ ਉਹਦੇ ਭਾਵ ਬੜੇ ਵੱਡੇ ਹਨ। ਤੇ ਸਾਨੂੰ ਮੰਤਰ ਜਿਹੜਾ ਦਿੱਤਾ ਮਹਾਰਾਜ ਜੀ ਨੇ, ਵਾਹਿਗੁਰੂ, ਬੜਾ ਸੌਖਾ ਹੈ। ਕਈ ਵਾਰ
आम साडे कई वीर कहणगे भी सानू बाणी पढ़नी नहीं आउंदी, वो सारा कुछ सिख लैणगे। बड़े बड़े डॉक्टरेट किया, सारा कुछ है, जो बाणी की गल आउंदी है फिर वो बड़ा मन उहो जिहा हुंदा भी ये बंदियां ने साल भी नहीं लाया गुरु लई, 16-16 साल पढ़ाई ते लाते। तो इस करके उदों फिर ये गल आउंदी है भी साडा इस बने तवज्जो नहीं है बाणी वाल, जिहड़ी बहुत जरूरी सी। हर सिख घर विच बाणी की संथया जरूरी सी, उहदे वल्लों असीं वेच लई है। तो गुरु पातशाह जी अज्ञान मेट के, क्योंकि इंसान सुता होया है, अज्ञाने लाए सवालिया गुर ज्ञानी लाए जगावे गो। वो कहते अज्ञान करके सौ जाता है, तो जदों गुरु ज्ञान की तीली बालदा है, चानन दिंदा है, तो मनुख जाग पैंदा है। जागना जागनिका हर कीर्तन में जागना। सो होर निशानी की जागण दी, मन जागे कि यह निशानी प्रिया लागे मुख मीठी बाणी। कहते उदों जागण की निशानी है भी जो बाणी इसनूं मिठी लगन लग पवे, मन बाणी वल जावे, गुरु के उपदेश वल जावे, वाहिगुरू मंत्र वल जावे। तो ये शब्द मालक ने आके दिता है। ये मंत्र है महाराज जी का। तो ये किसी लिए ये नहीं लिखिया भी ये ब्राह्मण नूं मंत्र देना तो सूदर लिए नहीं हैगा है, जां कोई जप नहीं सकता। आम यही सी ना चल रहा भी उस धरती ते उस हवा च हर चीज़ च इंसान रह रहा पर वितकरा हो रहा से। तो ये उपदेश लई भी फर्क पाया जा रहा है। ये कुछ बंदियां ने अपने अधिकार च कर लिया भी जिहड़े वेद मंत्र हैं, शास्त्र हैं, पुराण हैं, सिमरतियां हैं 27, इनू पढ़ना तो अगलियां नूं होरनां नूं पढ़ाउणा, ये ब्राह्मण दे हिस्से आया है। ये जिहड़ी अथारटी है ये ब्राह्मण कोल है, दूजियां कोल नहीं है। हुण उन्हां अपने हिस्से कर लिया। फिर आ जिवें आपां लंगर लाउने तो लंगर भी वो ला सकता है, जग कराउणा ते करना ये भी उहदे हिस्से है, विद्या पढ़नी पढ़ाउणी भी उहदे हिस्से है, दान लैना ते देना भी उहदे वस च है। दान भी वो कर सकता है, दान तो लैंदे ही ज़्यादा सी, देना की सी। इहदा भाव जिहड़े इस तरह के प्रोग्राम से जितों लोगों ने नाल जुड़ना है, जितों कुछ आना है, वो अपने हिस्से रख ले। छतरी ली वो सुन सकता सी, पढ़ा नहीं सी सकता, उन्होंने इन्ना फिर बेचारे नूं रख लिया। तो वह कर्म करता भी तू हथियार लैके राखी करनी है। वैश्य का कर्म सी किरत करनी, खेती करनी, मेहनत करके लोगों को सिखाना। वो ना सुन सकता ना पढ़ सकता है, वो है भी उन्होंने बहुता ज़्यादा वरजिया नहीं भी इन्हें कुछ सिखाना मैं जे ये रोकता ज़्यादा तो साडा काम नहीं चलेगा। सूदर नूं कर दिता भी तू दूजियां की सेवा निभाउणी है, उहदे कन्नां च जे बेचारा सुन लैंदा सी, कंन बंद कर दिते जांदे सी, पिंड दे लागों नहीं सी लंघ सकदा। तो गरीब नवाज जी ने इस वितकरे नूं बंद करके ये सांझा उपदेश संसार नूं दिता, सारिआं नूं। खत्री ब्राह्मण सूद वैस उपदेश चौवरना को सांझा। गुरमुख नाम जपै उदरी सुकल मह, घट घट नानक मांझा। इत्थे कोई वितकरा नहीं।
ਇੱਥੇ ਤਾਂ ਜਿਹੜਾ ਜਪਦਾ ਹੈ, ਜਿਹੜਾ ਸਤਸੰਗੀ ਹੈ, ਉਹ ਹੀ ਮਹਾਨ ਹੈ, ਉਹ ਹੀ ਉੱਚਾ ਹੈ। ਉਹ ਸਭ ਤੇ ਉੱਚਾ, ਸਭ ਤੇ ਸੂਚਾ, ਜਾ ਕੇ ਹਿਰਦੇ ਵਸਿਆ ਭਗਵਾਨ। ਤੋ ਜਿਨ੍ਹਾਂ ਨੇ ਧਿਆਇਆ ਉਸ ਮਾਲਕ ਨੂੰ, ਤੋ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਪਰਮੇਸ਼ਰ ਨੇ ਗੁਰਮੁਖ ਸੇ ਪ੍ਰਧਾਨ ਕੀਏ। ਉਹ ਪ੍ਰਧਾਨ ਬਣਾ ਦਿੱਤੇ ਵੀ ਇਹ ਪ੍ਰਧਾਨ ਹਨ, ਇਹ ਮੁਖੀ ਹਨ। ਇਹ ਨਹੀਂ ਕਿ ਕੋਈ ਹੋਰ ਜਿਹੜਾ ਨਾ ਉਹ ਜਪੇ, ਨਾ ਉਹ ਗਾਵੇ, ਨਾ ਕੋਈ ਸੇਵਾ, ਨਾ ਗਲਤ, ਇਹ ਪ੍ਰਧਾਨ ਹੈ। ਉਹਨਾਂ ਨੂੰ ਆਪਣੇ ਮੁਖੀ ਬਣਾਇਆ ਗਿਆ। ਤੋ ਜਿਸ ਵੇਲੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਉਹ ਜਿੱਥੇ ਵੀ ਜਾਂਦੇ ਆ, ਫਿਰ ਉੱਥੇ ਕੀ ਕਰਦੇ ਆ ਮਹਾਰਾਜ ਜੀ? ਉੱਥੇ ਇਹ ਕਰਦੇ ਆ ਕਿ ਜਿਸ ਤਰ੍ਹਾਂ ਕੋਹੜੀ ਕੋਲ ਜਾਂਦੇ, ਕੋਹੜੀ ਕੋਲ ਜਪਾਲਪੁਰ ਵੱਲ ਇਸ ਇਲਾਕੇ 'ਚ ਗਏ ਹਨ ਜਿਸ ਵੇਲੇ, ਤੇ ਉਹ ਬੰਦਾ ਕਿਸੇ ਕਾਰਨ, ਕਿਸੇ ਆਪਣੇ ਕਰਮਾਂ ਨਾਲ, ਕੋਹੜ ਦੇ ਨਾਲ ਹਾਏ ਹਾਏ ਕਰ ਰਿਹਾ ਹੈ, ਰੋਗ ਨਾਲ ਦੁਖੀ ਹੈ। ਤੋ ਜਿਸ ਵੇਲੇ ਮਹਾਰਾਜ ਜੀ ਉਹਦੇ ਕੋਲ ਗਏ ਤੇ ਚਾਨਣ ਸੀ, ਦਰਸ਼ਨ ਦਿਦਾਰੇ ਹੋਏ, ਉਹਦੀ ਪੀੜ ਮਿਟ ਗਈ ਦਰਸ਼ਨ ਕਰਦਿਆਂ। ਦਰਸ਼ਨ ਡਿੱਠੇ ਲੈਣ ਵਜੋਗਾ ਜੀਓ। ਤੋ ਜਨਮਾਂ ਜਨਮਾਂ ਦੇ ਵਿਜੋਗ ਦੁੱਖ ਲੈ ਗਏ। ਤੋ ਪਾਤਸ਼ਾਹ ਜੀ ਨੇ ਮਰਦਾਨੇ ਨੂੰ ਕਿਹਾ, ਮਰਦਾਨਿਆ ਰਬਾਬ ਛੇੜ ਬਾਣੀ ਆਏ ਹੈ। ਵੇਖੋ ਇੱਕ ਰੋਗੀ ਲਈ ਨਹੀਂ, ਹਜ਼ਾਰਾਂ ਲਈ ਉਹ ਇਲਾਜ ਹੈ। ਪ੍ਰਥਾਈ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਜਗਲ ਜਹਾਨੇ। ਹੁਣ ਸ਼ਬਦ ਤਾਂ ਇੱਕ ਪ੍ਰਥਾਇ ਕਿਹਾ ਹੁੰਦਾ, ਪਰ ਸਾਰੇ ਸੰਸਾਰ ਲਈ ਹੁੰਦਾ ਹੈ। ਤੋ ਉੱਥੇ ਇੱਕ ਸ਼ਬਦ ਉਚਾਰਿਆ, ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੇ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਤੋ ਜਦੋਂ ਇਹ ਸ਼ਬਦ ਗਾਇਆ ਜਾ ਰਿਹਾ ਸੀ ਤੇ ਸ਼ਬਦ 'ਚ ਇੰਨੀ ਤਸੀਰ ਹੈ, ਇੰਨਾ ਰਸ ਹੈ, ਉਹਦਾ ਜਿਹੜਾ ਦਰਦ ਮਿਟ ਗਿਆ। ਕੋਹੜ ਜਿਹੜਾ ਹੈ ਹਨੇਰਾ ਹੋਇਆ, ਫਿਰ ਦਰਦ ਕਰਦਾ। ਕਹਿੰਦੇ ਮਹਾਰਾਜ ਜੀ ਕਹਿੰਦੇ ਮਰਦਾਨਿਆਂ ਰਬਾਬ ਛੇੜ, ਸਦਾ ਲਈ ਉਹਦਾ ਕੋਹੜ ਮੇਟ ਕੇ ਉਹਨੂੰ ਅਰੋਗ ਕਰ ਦਿੱਤਾ। ਪਰ ਉਹਦਾ ਕਾਰਨ ਦੱਸਿਆ ਕਿ ਅਸਲ 'ਚ ਕਿਉਂ ਰੋਗ ਹੁੰਦਾ ਹੈ। ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਕਹਿੰਦੇ ਜਿਨ੍ਹਾਂ ਨੂੰ ਉਹ ਬਾਣੀ ਵਿਸਰ ਜਾਏ, ਇੱਕ ਤਾਂ ਇਹ ਮਾਲਕ ਦੀ ਅੰਮ੍ਰਿਤ ਬਾਣੀ ਭੁੱਲ ਜਾਏ, ਉਹ ਪੱਕੇ ਰੋਗੀ ਵਾਂਗ ਵਿਲ ਲਾਉਂਦੇ ਹਨ, ਵਿਰਲਾਪ ਕਰਦੇ ਹਨ। ਕਿਉਂਕਿ ਬਾਣੀ ਨਹੀਂ ਸੁੱਖ ਦੇਣਾ ਹੈ, ਨਾਮ ਨਹੀਂ। ਆਪਾਂ ਬਾਹਰੀ ਚੀਜ਼ਾਂ ਨਾਲ, ਸੌਲਡ ਚੀਜ਼ਾਂ ਨਾਲ ਆਪਣੇ ਜੀਵਨ 'ਚ ਕੋਈ ਰਸ ਭਾਲਦੇ ਹਾਂ ਵੀ ਸੁੱਖ ਮਿਲੂਗਾ। ਹੁਣ ਜਿਸ ਤਰ੍ਹਾਂ ਦੀ ਕੋਈ ਵਸਤੂ, ਆਪਾਂ ਕੋਈ ਪ੍ਰਸਾਦਾ ਛਕਿਆ ਹੈ, ਬਾਹਰੀ ਕੋਈ ਕੋਟ ਪਾਇਆ ਹੈ, ਚੰਗੀ ਕਨਵੀਨਸ, ਕੋਈ ਚੰਗੇ ਸਾਧਨ 'ਤੇ ਬੈਠੇ ਹਾਂ, ਸੋਹਣੇ ਮਕਾਨ 'ਚ ਬੈਠੇ, ਤੇ ਬਾਹਰੀ ਸਰੀਰਕ ਤਨ ਦੇ ਹੈ ਨਾ ਸਾਰਾ ਜੋ ਕੁਝ ਹੈ, ਪਰ ਉਹਨਾਂ 'ਚ ਬੈਠਿਆਂ ਵੀ ਇਨਸਾਨ ਕਈ ਵਾਰ ਅੰਦਰੋਂ ਸ਼ਾਂਤ ਨਹੀਂ ਹੁੰਦਾ ਹੈ। ਇਹਦਾ ਵੀ ਜੇ ਮਨ ਇੱਕ ਸੂਖਮ ਹੈ, ਮਨ ਦੀ ਅਵਸਥਾ ਬੜੀ ਸੂਖਮ ਹੈ, ਔਰ ਜਿਸ ਤਰ੍ਹਾਂ ਦਾ ਮਨ ਫੁਰਨਿਆ ਵਾ ਸੁੱਖ, ਉਹਨੂੰ ਉਹੋ ਜਿਹੀ ਚੀਜ਼ ਦੇ ਨਾਲ ਹੀ ਰਸ 'ਚ ਲਿਆਇਆ ਜਾਏਗਾ, ਉਹਦੇ ਨਾਲ ਹੀ ਉਹ ਸੁੱਖ ਮਾਣੇਗਾ। ਤੇ ਉਹਦੇ ਲਈ ਮਹਾਰਾਜ ਜੀ ਨੇ ਇਹ ਬਾਣੀ ਦਿੱਤੀ ਹੈ, ਮੰਤਰ ਦਿੱਤਾ ਹੈ, ਸੂਖਮ ਬਖਸ਼ਿਸ਼ ਕੀਤੀ ਹੈ। ਤੋ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੂੰ ਇਹ ਸ਼ਬਦ ਭੁੱਲ ਜਾਏ, ਇੱਕ ਸ਼ਬਦ ਭੁੱਲ ਜਾਣਾ ਹੁੰਦਾ ਹੈ, ਜੈ ਤਨ ਬਾਣੀ ਵਿਸਰ ਜਾਏ। ਮਹਾਂਪੁਰਸ਼ਾਂ ਨੇ ਵੀ, ਕੁਝ ਵਿਦਵਾਨਾਂ ਨੇ ਇਹਦੇ ਜਿਹੜੇ ਅਰਥ ਕੀਤੇ ਹਨ, ਉਹ ਕਹਿੰਦੇ ਜਿਨ੍ਹਾਂ ਨੂੰ ਉਹ ਬਾਣੀ, ਉਪਦੇਸ਼ ਬਾਣੀ, ਤੇ ਇੱਕ ਬਾਣੀ ਹੁੰਦੀ ਜਿਹੜੀ ਮਾਤਾ ਦੇ ਉਧਰ 'ਚ ਵਾਅਦਾ ਕਰਕੇ ਆਇਆ ਸੀ। ਆਪਾਂ ਕਹਿੰਦੇ ਤੂੰ ਬਾਣੀ ਭੁੱਲ ਗਿਆ, ਜਾਂ ਮੇਰਾ ਸ਼ਬਦ ਭੁੱਲ ਗਿਆ, ਮੇਰਾ ਕਿਹਾ ਹੋਇਆ ਬੋਲ ਭੁੱਲ ਗਿਆ ਹੈ।
ਇੱਕ ਆਪਾਂ ਨੂੰ ਉਹਦੇ ਕੀਤੇ ਕਰਾਰ ਭੁੱਲ ਜਾਣ। ਜਦੋਂ ਉਹਦੇ ਨਾਲ ਕੀਤਾ ਕਰਾਰ ਕੀਤਾ ਹੁੰਦਾ ਵੀ ਅਸੀਂ ਤੈਨੂੰ ਭੁਲਾਵਾਂਗੇ ਨਹੀਂ, ਵਿਸਾਰਾਂਗੇ ਨਹੀਂ, ਉਹ ਅਸੀਂ ਇੱਥੇ ਆਣ ਕੇ ਭੁਲਾ ਦਿੰਦੇ ਹਾਂ ਜਦੋਂ ਬਾਹਰੀ ਮਾਇਆ ਦਾ ਪ੍ਰਭਾਵ ਪੈਂਦਾ ਹੈ। ਅਤੇ ਉਹ ਪ੍ਰਭਾਵ ਵੱਧ ਜਾਂਦਾ ਹੈ ਅਤੇ ਗੁਰੂ ਦਾ ਪਲੜਾ ਜਿਹੜਾ ਉਹ ਘੱਟ ਜਾਂਦਾ ਹੈ। ਫਿਰ ਬੰਦਾ ਦੁਖੀ ਹੁੰਦਾ ਹੈ। ਜਦੋਂ ਉਹਦਾ ਪੱਖ ਭਾਰਾ ਹੋ ਜਾਏ ਮਾਲਕ ਵਾਲਾ, ਫਿਰ ਇੱਧਰਲੇ ਜਿਹੜੇ ਮਾੜੇ ਮੋਟੇ ਜਿਹੇ ਦੁੱਖ ਸੁੱਖ ਜਿਹੜੇ ਆ ਇਹ ਬੰਦੇ ਨੂੰ ਘਬਰਾਹਟ 'ਚ ਨਹੀਂ ਲਿਆਉਂਦੇ। ਤੋ ਜਿਹੜੇ ਇਨਸਾਨ ਉਸ ਮਾਲਕ ਦੀ ਉਸ ਉਪਦੇਸ਼ ਨੂੰ ਭੁਲਾ ਦਿੰਦੇ ਹਨ, ਬਾਣੀ 'ਚ ਪਾਤਸ਼ਾਹ ਕਹਿੰਦੇ ਹਨ ਸੋ ਕਿ ਜਿਹੜੇ ਪਰਮੇਸ਼ਰ ਦੇ ਗੁਰਮੁਖਾਂ ਕਰਾਂ ਉੱਪਰ ਹਰ ਚੇਤਿਆ ਸੇ ਪਾਇਨ ਮੋਖ ਦੁਆਰ, ਉਹ ਕੀਤੇ ਬਾਣੀ ਦੇ ਕਰਾਰਾਂ ਨਾਲ ਉਹਨੂੰ ਯਾਦ ਕਰਦੇ ਹਨ। ਅਸੀਂ ਕੁਝ ਉਹਦੇ ਨਾਲ ਕਰਕੇ ਆਏ ਹਾਂ, ਕਰਾਰ ਕੀਤਾ ਹੈ, ਫਿਰ ਇਨਸਾਨ ਉਹਨੂੰ ਵਿਸਰ ਜਾਂਦਾ ਹੈ। ਉਹ ਮੁਕਤ ਦਰ 'ਤੇ ਪਹੁੰਚ ਜਾਂਦੇ ਹਨ। ਜਿਹੜੇ ਉਹਨੂੰ ਨਹੀਂ ਭੁਲਾਉਂਦੇ ਤੋ ਜਿਹੜੇ ਆ ਕੇ ਵਿਸਰ ਜਾਣ, ਫਿਰ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਫਿਰ ਭਟਕਣਾ ਪੈ ਜਾਂਦਾ ਹੈ। ਤੋ ਗਰੀਬ ਨਵਾਜ ਜੀ ਜਿੱਥੇ ਵੀ ਇਸ ਤਰ੍ਹਾਂ ਉਪਦੇਸ਼ ਦਿੱਤਾ ਬਾਣੀ ਰਾਹੀਂ, ਉਹਦਾ ਆਧਾਰ ਕੀਤਾ ਹੈ। ਸਿੱਧ ਜਨ ਜਿਹੜੇ ਜੋਗੀ ਸਨ, ਇਹਨਾਂ ਦੇ ਨਾਲ ਵਿਚਾਰ ਹੋਈ ਮਹਾਰਾਜ ਜੀ ਦੀ। ਤੋ ਸਿੱਧਾਂ ਅਨੁਸਾਰ ਉਹ ਗੁਰੂ ਜੀ ਨੂੰ ਬਾਲਾ ਕਹਿੰਦੇ ਹਨ ਜਾਂ ਛੋਟਾ ਜਿਹਾ ਬੱਚਾ ਆਖਦੇ ਹਨ। ਉਹਨਾਂ ਦੇ ਅੰਦਰ ਇੱਕ ਸਿੱਧੀਆਂ ਰਿੱਧੀਆਂ ਦਾ ਹਉਂ ਸੀ, ਹਉਮੈ ਸੀ। ਅਸੀਂ ਬੜੇ ਰਿੱਧ ਸਿੱਧ ਕੀਤੀ ਹੈ, ਅਸੀਂ ਘਰ ਬਾਰ ਤਿਆਗਿਆ ਹੈ, ਭੁੱਖੇ ਰਹੇ ਹਾਂ, ਪਰਿਵਾਰਕ ਜੰਜਾਲਾਂ ਨੂੰ ਛੱਡਿਆ ਹੈ। ਤੋ ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਵਰਣਨ ਕਰਦੇ ਹਨ, ਬਾਬੇ ਕੀਤੀ ਸਿੱਧ ਗੋਸ਼ਟ ਸ਼ਬਦ ਸਾਂਤ ਸਿੱਧਾਂ ਵਿੱਚ ਆਏ, ਜਿਣ ਮੇਲਾ ਸਿਵਰਾਤ ਦਾ ਖਟ ਦਰਸ਼ਨ ਆਦੇਸ਼ ਕਰਾਏ, ਸਿੱਧ ਬੋਲਨ ਸ਼ੁਭ ਬਚਨ ਧਨ ਨਾਨਕ ਤੇਰੀ ਵੱਡੀ ਕਮਾਈ। ਉਹ ਉਦੋਂ ਬੋਲੇ ਜਦੋਂ ਉਹਨਾਂ ਨੂੰ ਸਮਝ ਆਈ। ਪਹਿਲਾਂ ਤਾਂ ਉਹ ਵੀ ਚਰਚਾ ਲਈ ਆਉਂਦੇ ਹਨ। ਪਹਿਲਾਂ ਉਹ ਕਈ ਤਰ੍ਹਾਂ ਦੇ ਰੂਪ ਬਣਾ ਇੱਕ ਪਾਰ ਕਰ ਉੱਡਰਨ ਪੰਖੀ ਜਿਉਂ ਰਹੇ ਲੀ ਲਾਏ। ਭਾਈ ਗੁਰਦਾਸ ਜੀ ਕਹਿੰਦੇ ਕਈ ਖੰਭ ਲਾ ਕੇ ਨਾ ਪੰਛੀਆਂ ਵਾਂਗ, ਜੇ ਪੰਛੀ ਖੰਭ ਸਟਿਲ ਕਰ ਲੈਂਦਾ ਅਤੇ ਉੱਡਦਾ, ਕਹਿੰਦੇ ਅੱਗੇ ਉਹ ਲੰਘੇ, ਕੋਈ ਐਂ ਨੂੰ ਲੰਘੇ। ਅਤੇ ਭਾਈ ਮਰਦਾਨਾ ਕਹਿੰਦੇ ਮਹਾਰਾਜ ਵੀ ਇਹ ਕੀ ਹੋ ਰਿਹਾ? ਕਹਿੰਦੇ ਮਰਦਾਨੇ ਇਹ ਹੌਲੇ ਜਿਹੇ ਆ, ਵਿਚਾਰੇ ਉੱਡਦੇ ਫਿਰਦੇ ਆ, ਥੋੜ੍ਹਾ ਮਿੰਟ ਦੇਖ ਲੈ ਇਹਨਾਂ ਨੂੰ। ਜਦੋਂ ਫਿਰ ਵਾਰ ਨਹੀਂ ਹਟਦੇ ਤੇ ਕਹਿੰਦੇ ਮਰਦਾਨਾ ਭਾਈ ਸਾਹਿਬ ਕਹਿੰਦੇ ਆ ਮਹਾਰਾਜ ਵੀ ਇੱਕ ਦੋ ਪਹਾੜ ਤੋਂ ਰੇੜੀ ਆਪੇ ਹਟ ਜਾਣਗੇ, ਵੀ ਤੰਗ ਕਰਦੇ ਜਿੱਥੇ ਜਾਂਦੇ ਆ। ਕਹਿੰਦੇ ਮਰਦਾਨੇ ਰੇੜਿਆਂ ਨਹੀਂ ਗੱਲ ਬਣਨੀ, ਇਹਨਾਂ ਨੂੰ ਵਿਚਾਰ ਨਾਲ ਸਮਝਾਉਣਾ ਪੈਣਾ। ਹੁਣ ਉਹ ਆਮ ਸਧਾਰਨ ਬੰਦੇ ਨਹੀਂ, ਬੜੇ ਸੂਖਮ ਬੁੱਧੀ ਵਾਲੇ, ਬੜੀ ਤੀਖਣ ਜਿਵੇਂ ਸਿੱਧ ਗੋਸ਼ਟ ਹੈ। ਸੋ ਉਹਦੇ 'ਚ ਜਿਹੜੇ ਸਵਾਲ ਉਹ ਆਮ ਬੰਦੇ ਦੇ ਨਹੀਂ ਹੈਗੇ, ਗਿਆਨ ਵਾਲੇ ਦੇ, ਉਹਦਾ ਉੱਤਰ ਗੁਰੂ ਜੀ ਦਿੰਦੇ। ਸਿੱਧ ਗੁਰ ਸਾਰੀ ਸਿੱਧਾਂ ਦੇ ਨਾਲ ਚਰਚਾ ਹੈ। ਅਤੇ ਸਿੱਧ ਹੁਣ ਸਵਾਲ ਜਵਾਬ ਹੋ ਰਹੇ ਹਨ। ਅਤੇ ਦੁਨੀਆ ਸਾਗਰ ਦੁੱਤਰ ਕਹੀਏ ਕਿਉਂ ਕਰ ਪਾਈਏ ਪਾਰੋ। ਹੁਣ ਉਹ ਵੇਖੋ ਸਵਾਲ ਬੜੇ ਐਸੇ ਕਰਦੇ ਹਨ। ਚਰਪੁਟ ਬੋਲੇ ਅਵਧੂ ਨਾਨਕ ਦਿਓ ਸੱਚਾ ਵਿਚਾਰੋ। ਤੋ ਮਹਾਰਾਜ ਜੀ ਨੂੰ ਇਹੋ ਜਿਹੇ ਸਵਾਲ ਉਹ ਕੋਈ ਬੰਦਾ ਤੀਖਣਵਾ ਕਹਿ ਸਕਦਾ ਹੈ। ਉਹਨਾਂ ਆਖਰ ਇੱਕ ਸਵਾਲ ਰੱਖਿਆ, ਕਹਿੰਦੇ ਬਾਲੇ ਨਾਨਕ ਜਦੋਂ ਸਾਰਾ ਕੁਝ ਕਰਕੇ ਉਹ ਹੰਭ ਗਏ, ਉਹਨਾਂ ਦੀਆਂ ਸਿੱਧੀਆਂ ਖਤਮ ਹੋ ਗਈਆਂ, ਅਤੇ ਆਖਰ ਚਰਨਾਂ 'ਤੇ ਢਹਿਣਾ ਸੀ ਨਾ ਜਦੋਂ ਬੰਦਾ, ਉਦੋਂ ਹੀ ਸਰੈਂਡਰ ਹੁੰਦਾ ਜਦੋਂ ਸਾਰਾ ਕੁਝ ਉਹਦਾ ਖਤਮ ਹੋ ਜਾਏ, ਜਦੋਂ ਉਹਦੇ ਅੰਦਰੋਂ ਹਉਂ ਮੁੱਕ ਜੇ, ਫਿਰ ਉਹ ਡਿੱਗ ਪੈਂਦਾ ਹੈ।
ਜਦੋਂ ਮਾੜਾ ਮੋਟਾ ਜ਼ੋਰ ਹੋਏ ਬੰਦਾ ਘੁਲਦਾ ਉਦੋਂ ਤੱਕ, ਜਦੋਂ ਵੇਖੇ ਵੀ ਹੰਭ ਗਿਆ ਫਿਰ ਥੱਲੇ ਆ ਜਾਂਦਾ। ਅਤੇ ਇਨਸਾਨ ਉਦੋਂ ਤੱਕ ਹੱਥ ਪੈਰ ਮਾਰਦਾ ਜਦੋਂ ਤੱਕ ਉਹਦੇ ਦਹੋਂ ਹੈ, ਵਿਕਾਰ ਹਨ। ਉਹ ਕਹਿੰਦੇ ਗੁਰੂ ਨਾਨਕ ਤੁਹਾਡੇ ਸ਼ਬਦ ਅੱਗੇ ਸਾਡੀ ਚੱਲੀ ਨਹੀਂ, ਅਸੀਂ ਹਾਰ ਗਏ ਹਾਂ ਅਤੇ ਸਾਡੇ ਅੰਦਰ ਸ਼ਾਂਤੀ ਆਈ ਹੈ। ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਪਰ ਇਹ ਹੈ ਵੀ ਤੁਸੀਂ ਜਿਹੜਾ ਇਹ ਮੰਤਰ ਦੇ ਰਹੇ ਜੇ ਤੇ ਆਮ ਨੂੰ ਸੁਣਾਈ ਜਾ ਰਹੇ ਜੇ। ਕੋਈ ਖਾਸ ਆਪਣੇ ਸੇਵਕ ਬਣਾਓ, ਸਪੈਸ਼ਲ ਜਿਵੇਂ ਬੰਦੇ 5-7 ਨਾਲ ਜੋੜ ਲਓ, ਤੁਹਾਡਾ ਨਾਂ ਲੈਣ, ਤੁਹਾਨੂੰ ਪ੍ਰਮੋਟ ਕਰਨ। ਇਹ ਹੁੰਦਾ ਨਾ ਵੀ ਮੇਰੇ 100-200 ਬੰਦਾ ਬਣ ਜਾਓ, ਹਰ ਤਾਂ ਖਿਲਾਰ ਦਿਓ, ਮੇਰੀ ਗੱਲ ਕਰਨ ਆਉਂਦਿਆਂ ਨੂੰ ਮੇਰੇ ਬੈਨਰ ਲੱਗੇ ਹੋਣ, ਹੋਰ ਕੀਤਾ ਹੋਵੇ। ਤੋ ਮਹਾਰਾਜ ਜੀ ਕਹਿੰਦੇ ਇਹਦੇ ਨਾਲ ਕੀ ਹੋਏਗਾ? ਕਹਿੰਦੇ ਵੀ ਤਾਂ ਤੁਸੀਂ ਜਣੇ ਖਣੇ ਨੂੰ ਇਹ ਸੁਣਾਈ ਜਾ ਰਹੇ ਜੇ ਅਤੇ ਇਹਦੇ ਨਾਲ ਕਦਰ ਨਹੀਂ ਹੁੰਦੀ ਹੈ। ਤੋ ਗਰੀਬ ਨਵਾਜ ਜੀ ਕਹਿੰਦੇ ਸਿੱਧੋ, ਇਹ ਜਿਹੜੀ ਹਉਮੈ ਦਾ ਰੋਗ ਹੈ ਸਾਰਿਆਂ ਨੇ, ਸਾਰੇ ਇਹਦੇ 'ਚੋਂ ਗ੍ਰਸੇ ਹਨ। ਇਹ ਲੋਭ ਦੇ ਕੁੱਤੇ ਨੇ ਸਾਰਿਆਂ ਨੂੰ ਵੱਢਿਆ ਹੋਇਆ ਹੈ। ਅਤੇ ਜੇ ਇੱਕ ਇੱਕ ਨੂੰ ਅਸੀਂ ਸੁਣਾਉਂਦੇ ਰਹੇ ਤਾਂ ਕਦੋਂ ਸਮਾਂ ਆਏਗਾ ਜਦੋਂ ਸੁਧਾਰ ਹੋਏਗਾ? ਅਤੇ ਜੇ ਇਕੱਲੇ ਨੂੰ ਮੰਤਰ ਦਾ ਉਪਦੇਸ਼ ਦਿੱਤਾ ਅਤੇ ਕਹਿੰਦੇ ਫਿਰ ਸਮਾਂ ਇਹ ਤਾਂ ਲੋਭ ਲਹਿਰ ਸਭ ਸੁਹਾਨ ਹਲਕੈ, ਹਲਕਿਓ ਸਭੇ ਬਿਗਾਰੇ। ਇਹ ਕਹਿੰਦੇ ਦੁਨੀਆ ਨੂੰ ਲੋਭ ਨੇ ਕੱਟਿਆ ਹੈ, ਮੋਹ ਦੇ ਵਿੱਚ ਫਸਿਆ ਹੈ। ਤੋ ਮਹਾਰਾਜ ਜੀ ਕਹਿੰਦੇ ਮੈਂ ਉੱਚੀ ਥਾਂ 'ਤੇ ਸੋ ਬਾਬਾ ਦੇਖੇ ਧਿਆਨ ਤਰ ਜਲਤੀ ਸਭ ਪ੍ਰਿਥਵੀ ਦਿਸ ਆਈ, ਬਾਝੋ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ। ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ, ਚੜ੍ਹਿਆ ਸੋਧਣ ਤਤ ਲੁਕਾਈ। ਤੋ ਗਰੀਬ ਨਵਾਜ ਜੀ ਕਹਿੰਦੇ ਮੈਂ ਖੁੱਲ੍ਹਾ ਉਪਦੇਸ਼ ਸੰਸਾਰ ਨੂੰ ਦੇ ਦਿੱਤਾ ਅਤੇ ਇਹਦੇ ਨਾਲ ਸਾਰਿਆਂ ਦਾ ਭਲਾ ਹੋਏਗਾ, ਸੰਸਾਰ ਇਹਦੇ 'ਤੇ ਤੁਰੇਗਾ। ਤੋ ਖਾਸ ਦੇ ਕੰਨਾਂ 'ਚ ਸੁਣਾਉਂਦੇ ਰਹੇ, ਜਿਵੇਂ ਕਈ ਕੰਨਾਂ ਮੰਦਾਂ ਕੁਰਰ ਕਰਦੇ ਰਹਿੰਦੇ ਹਨ, ਉਹ ਖਾਸ ਬੰਦੇ ਬਣ ਗਏ। ਨਾ ਉਹ ਦੱਸਣਾ ਵੀ ਕੀ ਹੈ, ਵੀ ਉਹਨੇ ਸੁਣਾਇਆ ਕੀ, ਦੱਸਿਆ ਕੀ, ਇਹਦਾ ਸਮਝ ਕੋਈ ਨਹੀਂ। ਤੋ ਗਰੀਬ ਨਵਾਜ ਜੀ ਨੇ ਉਹ ਬਲਿਹਾਰੀ ਸਤਿਗੁਰ ਆਪਣੇ ਜਨ ਗੁਪਤ ਨਾਮ ਪ੍ਰਗਟਿਆ, ਉੱਚੀ ਸੁਰ 'ਚ ਸਾਰਿਆਂ ਨੂੰ ਬਾਣੀ ਦਾ ਜਾਪ ਬਖਸ਼ਿਆ, ਮੰਤਰ ਬਖਸ਼ਿਆ, ਸਾਰੇ ਸੰਸਾਰ ਨੂੰ ਤਾਰਿਆ। ਐਸੇ ਦੀਨ ਦਿਆਲ ਪਾਤਸ਼ਾਹ ਜੀ ਸਾਰਿਆਂ 'ਤੇ ਕਿਰਪਾ ਕਰਨ, ਸਾਨੂੰ ਗੁਰਮਤਿ ਦੀ ਸੋਝੀ ਬਖਸ਼ਿਸ਼ ਕਰਨ। ਸੋ ਇੰਨਾ ਕੁ ਸਮਾਂ ਪ੍ਰਵਾਨ ਸਾਧ ਸੰਗਤ ਜੀ, ਸਮੇਂ ਵਿੱਚ ਬੋਲਦਿਆਂ ਭੁੱਲਾਂ ਦੀ ਮੁਆਫ਼ੀ। ਸਾਰੇ ਪ੍ਰਬੰਧਕ ਵੀਰਾਂ ਦਾ, ਇਸ ਪਵਿੱਤਰ ਸਥਾਨ ਦੀ ਮੈਨੇਜਮੈਂਟ ਦਾ ਬਹੁਤ ਬਹੁਤ ਧੰਨਵਾਦ। ਸੋ ਜਿਨ੍ਹਾਂ ਨੇ ਸਮਾਂ ਬਖਸ਼ਿਆ ਹੈ, ਸੰਗਤ ਦੇ ਦਰਸ਼ਨ ਦਿਦਾਰੇ ਕਰਾਏ। ਸਾਡੇ ਅਤੀ ਸਤਿਕਾਰਯੋਗ ਸੁਬਾਈ ਅਵਤਾਰ ਸਿੰਘ ਜੀ, ਪੋਤਰੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਪਿੰਡਰਾਂ ਵਾਲੇ, ਉਹ ਵੀ ਇੱਥੋਂ ਨਾ ਤੁਹਾਨੂੰ ਰੋਜ਼ ਕਥਾ ਨਾਲ ਨਿਹਾਲ ਕਰਨਾ ਹੈ, ਸਾਡੇ ਨਾਲ ਪਹੁੰਚੇ ਹੈ। ਹੁਣ ਉਹਨਾਂ ਦਾ ਸਮਾਂ ਹੈ। ਸੋ ਜੀ ਆਇਆਂ ਨੂੰ ਸਾਰੀਆਂ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ